ਕੋਈ ਨਹੀਂ ਲਾ ਲੂੰਗੀ ਮੈਂ। ਅੱਗੇ ਕਿਹੜਾ ਤੂੰ ਹੀ ਲਾ ਕੇ ਜਾਂਦੀ ਸੀ। ਨਹੀਂ ਮੈਂ ਤਾਂ ਵੈਸੇ ਕਹਿ ਰਹੀ ਸੀ ਵੀ ਮੈਂ ਚੱਲ ਮੈਂ ਲਾ ਦਿੰਦੀ ਆ, ਫਿਰ ਕੀ ਹੁੰਦਾ। ਕੋਈ ਨਹੀਂ ਮੈਂ ਆਪੇ ਕਰ ਲੂੰ ਕੰਮ। ਪਹਿਲਾਂ ਵੀ ਮੈਂ ਹੀ ਕਰਦੀ ਸੀ, ਹੁਣ ਤੱਕ ਕਿਹੜਾ ਤੂੰ ਸਾਂਭਿਆ ਕਰ ਨੂੰ। ਹੁਣ ਤੱਕ ਵੀ ਮੈਂ ਹੀ ਸਾਂਭਦੀ ਸੀ। ਨਾਲੇ ਮੇਰੀ ਗੱਲ ਸੁਣ ਲੈ, ਅਸੀਂ ਤਾਂ ਹੋ ਰਹੇ ਹਾਂ ਅੱਡ ਤੇ ਵਰਿੰਦਰ ਨੂੰ ਸੁਨੇਹਾ ਲਾ ਦੀ। ਅਸੀਂ ਵੀ ਤੁਹਾਡੇ ਨਾਲ ਰਹਿਣਾ ਹੁਣ। ਦੀਦੀ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ? ਅੱਜ ਤਾਂ ਸਾਡੇ ਵਿਆਹ ਨੂੰ 2 ਮਹੀਨੇ ਹੋਏ ਆ। ਨਹੀਂ ਫੇਰ ਕੀ ਹੋ ਗਿਆ ਜੇ 2 ਮਹੀਨੇ ਹੋਇਆ ਭਾਈ। ਹੁਣ ਤਾਂ ਉਹਦਾ ਵਰਿੰਦਰ ਦਾ ਵਿਆਹ ਕਰਤਾ ਵਰਤਾ, ਤੁਸੀਂ ਘਰ ਵਰਦੇ ਆਪਦਾ ਘਰ ਸੰਭਾਲੋ, ਤੁਸੀਂ ਆਪਦਾ ਸੰਭਾਲਦੇ। ਹੁਣ ਸਾਰੀ ਉਮਰ ਇੱਥੇ ਇਕੱਠੀ ਕੋਲਾ ਤਾਂ ਥੋੜੀ ਕਰੀ ਜਾਣਾ। ਵੀਰੇ ਤੁਸੀਂ ਸਮਝਾ ਦਿਓ, ਤੁਸੀਂ ਤਾਂ ਸਮਝਦਾਰ ਹੋ ਨਾ। ਕੋਈ ਨਾ ਉਹ ਕੀ ਹੋ ਗਿਆ ਭਾਬੀ? ਕਿਉਂ ਸਾਰਾ ਦਿਨ ਤੰਦੂਰ ਵਾਂਗੂ ਤਪੀ ਰਹਿਣੀ ਆ ਤੂੰ? ਬਾਈ ਮੇਰੀ ਗੱਲ ਸੁਣ ਲੈ, ਪਹਿਲਾਂ ਤੂੰ ਜਦੋਂ ਵਿਆਹ ਨਹੀਂ ਸੀਗਾ ਉਦੋਂ ਵੀ ਤੇਰੀਆਂ ਬਹੁਤ ਝੱਲੀਆਂ, ਕਿਤੇ ਕਾਲਜ ਵਗ ਜਾ ਕਿਤੇ ਕੁਛ ਵਗ ਜਾ, ਠੀਕ ਆ? ਹੁਣ ਵਿਆਹ ਤੈਨੂੰ ਆਪਦਾ ਅੱਡ ਹੋ ਜਾ, ਜਿਹੜੇ 2-2 ਕਮਰੇ ਉਹਦੇ ਵੰਡ ਲਾ, ਜਿਹੜਾ ਆਪਣੇ ਕੋਲ ਆਪਦਾ 2-2 ਕਿੱਲੇ ਉਹ ਵੰਡ ਲਾ ਭਰਾਵਾ। ਕੋਈ ਕਿਹੋ ਜਿਹੀਆਂ ਗੱਲਾਂ ਕਰਦਾ? ਲੈ ਐਡੀ ਗੱਲ ਪਿੱਛੇ ਅੱਡ ਹੋ ਜਾ। ਮੇਰੀ ਗੱਲ ਸੁਣ ਲੈ ਵਰਿੰਦਰ, ਤੇਰਾ ਬਾਈ ਸਹੀ ਕਹਿ ਰਿਹਾ ਭਾਈ। ਬਥੇਰੋ ਅਸੀਂ ਤੈਨੂੰ ਹੁਣ ਉਹਦੇ ਵਾਂਗੂ ਤੈਨੂੰ ਪੜਾਤਾ ਲਿਖਾਤਾ, ਸਾਰਾ ਕੁਝ ਕਰ ਲਿਆ, ਤੈਨੂੰ ਘਰ ਵਰਦਾ ਕਰਤਾ। ਹੁਣ ਭਾਈ ਆ ਜਿਹੜੇ 2-2 ਕਮਰੇ ਆਉਂਦੇ ਆਪਦੇ ਵੰਡ ਕੇ ਪਰਾਂ ਕਰੋ ਤੇ ਆਪਦੀ ਰੋਟੀ ਟੂ ਕੱਢ ਕਰੋ। ਆਪਦਾ ਤੁਸੀਂ ਦੋਵੇਂ ਜੀ ਕਿਵੇਂ ਮਰਜ਼ੀ ਕਰੋ ਤੇ ਕਿਵੇਂ ਨਾ ਕਰੋ, ਸਾਨੂੰ ਕੋਈ ਫਰਕ ਨਹੀਂ। ਉਹ ਬਈ ਹੱਦ ਹੋਈ ਪਈ ਆ ਤੇਰੇ ਵਾਲੀ ਜਮੀ। ਦੀਦੀ ਤੁਸੀਂ ਅੱਡ ਹੋਣ ਖਾਤਰ ਇਹਦਾ ਵਿਆਹ ਕਰਵਾਇਆ ਸੀਗਾ। ਲੈ ਭਾਈ ਹੁਣ ਇਹਨੂੰ ਕੁਮਾਰੇ ਨੂੰ ਅੱਡ ਕਰਦੇ ਤਾਂ ਅਸੀਂ ਚੰਗੇ ਨਹੀਂ ਲੱਗਦੇ ਸੀ। ਹੁਣ ਵਿਆਹ ਤੋਂ ਬਾਅਦ ਤਾਂ ਹਰ ਘਰ ਹੁੰਦਾ ਹੀ ਆਇਆ। ਉਹ ਭਾਬੀ ਮੈਨੂੰ ਕਹਿੰਦੀ ਅੱਡ ਹੋ ਜਾ। ਬਸ ਫਿਰ ਹੁਣ ਹੋ ਜਾ, ਇੰਨਾ ਔਖਾ ਹੁੰਦਾ। ਇਹ ਵੀ ਤਾਂ ਦੱਸੋ ਅਸੀਂ ਅੱਡ ਹੋਣ ਵਾਲੀ ਕਿਹੜੀ ਗੱਲ ਕਰਤੀ? ਇਹ ਤੂੰ ਹੀ ਕਿਹਾ ਕਿ ਵੀ ਅੱਡ ਹੋ ਜਾ, ਵੀ ਹੁਣ ਵਧੀਆ ਇਕੱਠੇ ਆ, ਕੱਲ ਨੂੰ ਤਮਾਸ਼ਾ ਹੋ ਕੇ ਵੀ ਅੱਡ ਹੋਊਗਾ। ਵੀ ਜੋ ਕਹਿੰਦੀ ਹੈ ਅੱਡ ਹੋ ਜਾ, ਵੀ ਅੱਡ ਸਿੱਧੀ ਗੱਲ ਆ। ਕੋਈ ਨਾ ਬੋਏ, ਮੰਨ ਲਈ ਮੈਂ ਤੇਰੀ ਗੱਲ। ਠੀਕ ਆ ਫਿਰ। ਮੇਰੀ ਗੱਲ ਸੁਣ ਲਾ, ਐਵੇਂ ਨਾ ਇਹਦੇ ਠਣ ਲੱਗੀ। ਇਹਦੇ ਹੇਠ ਲਾ ਕੇ ਤਾਂ ਮੈਂ ਹੋਰ ਨਾ ਕੁਝ ਹੋਣਾ। ਮੈਂ ਤਾਂ ਇਹਨੂੰ 1 ਮਿੰਟ ਚ ਸਿੱਧੀ ਕਰ ਦੂੰ, ਦੇਖੀ ਪਹਿਲਾਂ ਹੀ ਆਪਾਂ ਬਹੁਤ ਤੰਗ ਕੀਤਾ ਸੀ ਨੇ। ਆਹੋ ਹੁਣ ਵਿਆਹ ਕਰਾ ਕੇ ਇਹ ਤੁਸੀਂ ਕੀ ਕਰਨਗੇ? ਪ੍ਰੀਤ ਮੇਰੀ ਗੱਲ ਸੁਣ, ਉਹ ਵੱਡਾ ਭਾਈ ਆ, ਹੁਣ ਕੁਝ ਕਹਿ ਵੀ ਨਹੀਂ ਸਕਦੇ। ਉਹਨਾਂ ਨੇ ਪੜਾਇਆ ਲਿਖਾਇਆ ਮੈਨੂੰ, ਸਾਰਾ ਕੁਝ ਉਹਨਾਂ ਨੇ ਕੀਤਾ। ਹੁਣ ਇਹ ਬੋਲਦੇ ਮੂਰੇ ਮੈਨੂੰ ਚੰਗਾ ਵੀ ਨਹੀਂ ਲੱਗਦਾ। ਬਾਕੀ ਭਾਬੀ ਦਾ ਗੁੱਸਾ ਨਾ ਕਰੀ ਤੂੰ, ਭਾਬੀ ਦਾ ਸੁਭਾਅ ਹੀ ਐਵੇਂ ਦਾ। ਨਹੀਂ ਮੈਂ ਤਾਂ ਕਿਉਂ ਗੁੱਸਾ ਕਰਨਾ, ਤੁਸੀਂ ਫਿਰ ਵੀ ਸਮਝਦਾਰ ਹੋ। ਲੋਕ ਪਤਾ ਕੀ ਸੋਚਣਗੇ, ਪਤਾ ਨਹੀਂ ਇਹਦਾ ਵਿਆਹ ਹੋਇਆ ਤਾਂ ਕਰਕੇ ਉਹਨੇ ਨਵੀਂ ਨੇ ਆ ਕੇ ਅੱਡ ਕਰਵਾਤਾ। ਸਾਰਾ ਉਹੀ ਤਾਂ ਗੱਲ ਹੈ ਨਾ, ਸਾਰੇ ਐਂ ਕਹਿਣਗੇ ਵੀ ਛੋਟੇ ਨੇ ਤਾਂ ਵੱਡੇ ਨੇ ਵਿਆਹ ਕਰਾਇਆ ਸੀ, ਉਹ ਤਾਂ ਅੱਡ ਨਹੀਂ ਹੋਇਆ। ਜਦੋਂ ਛੋਟੇ ਨੇ ਕਰਾ ਲਿਆ ਉਦੋਂ ਅੱਡ ਹੋ ਗਏ। ਨਾਲੇ ਵੱਡਾ ਭਾਈ ਨਹੀਂ ਇਹੋ ਜਿਹਾ ਹੈਗਾ। ਉਹ ਭਾਬੀ ਬਸ ਕੀ ਦੱਸਾਂ, ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਮੇਰੇ ਤੋਂ। ਸਿੱਧੇ ਹੀ ਕਹਿੰਦੀ ਲੈ ਅੱਡ ਹੋ ਜਾ। ਕਿੱਡੀ ਗੱਲ ਸੀ ਅੱਡ ਹੋਣ ਦੀ? ਲੈ ਵੀ ਉਹ ਤਾਂ ਬਹਾਨਾ ਹੀ ਭਾਲਦੀ ਸੀ ਵੀ ਅੱਡ ਹੋ ਜਾ ਅੱਡ ਹੋ ਜਾ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਸਮਾਂ ਦੀ, ਮੈਂ ਕਿਹਾ ਮੈਂ ਕੰਮ ਕਰਵਾ ਦਿੰਦੀ ਆ ਤੇਰੇ ਨਾਲ। ਕਹਿੰਦੀ ਮੈਂ ਆਪੇ ਕਰ ਲੂੰਗੀ ਕੰਮ, ਪਹਿਲਾਂ ਕਿਹੜਾ ਤੂੰ ਕਰਦੀ ਹੁੰਦੀ ਸੀ? ਵੀ ਪਹਿਲਾਂ ਮੈਂ ਕਿਹੜਾ ਇੱਥੇ ਹੈਗੀ ਸੀ, ਹੁਣ ਮੈਂ ਜਦੋਂ ਆ ਗਈ ਹੁਣ ਮੈਂ ਕਰਵਾ ਦਿੰਨੀ ਆ। ਉਹ ਫਿਰ ਮੂੰਹ ਤੇ ਲਿਖਿਆ ਹੁੰਦਾ। ਜਦੋਂ ਅੱਡ ਕਰਾਉਣ ਨੂੰ ਬੈਠੀ ਸੀ ਕਹੀ ਤਾਂ ਜਾਂਦੀ ਸੀਗੀ ਨਾ, ਸ਼ਰਮ ਦੇਖੇ ਉਹ ਵੀ ਕੀ ਹੈ ਕੀ ਨਹੀਂ। ਚੱਲ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ। ਮੈਂ ਕਰ ਮੈਨੂੰ ਚਾਹ ਬਣਾ ਕੇ ਲੈ ਕੇ ਦੇ, ਮੈਂ ਜਾਣਾ ਬਾਜ਼ਾਰ। ਚਲੋ ਠੀਕ ਹੈ, ਮੈਂ ਲਿਆਉਂਦੀ। ਨਾ ਤੂੰ ਕਿੱਧਰ ਚੱਲ ਪਈ ਹੁਣ? ਦੀਦੀ ਚਾਹ ਬਣਾਉਣ ਜਾਂਦੀ ਸੀ। ਖੜ ਜਾ, ਪਹਿਲਾਂ ਮੈਨੂੰ ਚਾਹ ਬਣਾ ਲੈਣ ਦੇ, ਫੇਰ ਬਣਾ ਲਈ ਤੂੰ। ਲੈ ਦੀਦੀ ਇਹ ਵੀ ਕੋਈ ਗੱਲ ਹੋਈ? ਤੁਸੀਂ ਤਾਂ ਹਰ ਇੱਕ ਗੱਲ 'ਚ ਮੇਰੇ ਨਾਲ ਅੜ ਕੇ ਬਹਿ ਜਾਂਦੇ ਹੋ। ਲੈ ਅੜਨ ਵਾਲੀ ਕਿਹੜੀ ਗੱਲ ਆ? ਮੈਂ ਤਾਂ ਤੈਨੂੰ ਪਹਿਲੇ ਕਹਿਤਾ ਵੀ ਇੰਨੀ ਔਖੀ ਆ ਤਾਂ ਅੱਡ ਹੋ ਜਾ। ਮੰਮੀ ਇਹਨਾਂ ਨੂੰ ਪਤਾ ਨਹੀਂ ਕੀ ਸ਼ੌਂਕ ਚੜਿਆ ਅੱਡ ਹੋਣ ਦਾ। ਮੈਨੂੰ 50 ਵਾਰ ਸੁਣਾ ਗਏ। ਪੁੱਤ ਤੈਨੂੰ ਕੀ ਹੋਇਆ? ਤੂੰ ਕਾਹਨੂੰ ਇੰਨਾ ਘਬਰਾਈ ਜਾਂਦੀ ਆ? ਕੀ ਹੋ ਗਿਆ? ਕਾਹਦੇ ਪਿੱਛੇ ਅੱਡ ਹੋਣਾ ਤੁਸੀਂ? ਮਾਂ ਕੀ ਗੱਲ ਹੋ ਗਈ ਤੁਹਾਨੂੰ? ਵੇ ਪੁੱਤ ਮੈਂ ਤਾਂ ਤੁਹਾਨੂੰ ਇਹ ਕਹਿਨੀ ਆ, ਹੱਥ ਬੰਨ੍ਹਨੇ ਤੁਹਾਡੇ ਮੂਹਰੇ ਮੇਰੇ ਪੁੱਤ, ਠੀਕ ਹੈ? ਅੱਡ ਨਾ ਹੋ ਤੁਸੀਂ। ਦੇਖ ਬੇਬੇ ਮੇਰੀ ਸੁਣ ਲੈ ਗੱਲ ਇੱਕ, ਅੱਡ ਤਾਂ ਅਸੀਂ ਹੋ ਕੇ ਰਹਾਂਗੇ। ਸਾਡਾ ਨਹੀਂ ਹੁਣ ਇਸ ਘਰ 'ਚ ਹੁੰਦਾ, ਨਾ ਇਹਨਾਂ ਨਾਲ ਹੋਵੇ ਸਾਡਾ ਗੁਜ਼ਾਰਾ। ਅਸੀਂ ਤਾਂ ਤੈਨੂੰ ਬੇਸ਼ੱਕ ਅੱਜ ਕਹਾ ਲਾ, ਮੈਥੋਂ ਤਾਂ ਬੇਸ਼ੱਕ ਕਹਾ ਲਾ ਕੱਲ, ਅਸੀਂ ਤਾਂ ਅੱਡ ਹੋ ਕੇ ਰਹਾਂਗੇ। ਪੁੱਤ ਭਾਈ ਭਾਈਆਂ ਦੇ ਬੈਰੀ ਬਣ ਜਾਂਦੇ ਹੁੰਦੇ ਨੇ, ਤੁਸੀਂ ਜਾਣ ਦੋ। ਇਕੱਠ ਵਰਗੀ ਗੱਲ ਰੀਸ ਨਹੀਂ ਹੁੰਦੀ। ਬਸ ਬੇਬੇ ਜਿਹੜਾ ਹੁਣ ਤੱਕ ਇਕੱਠ ਨਿਭ ਗਿਆ ਨਾ ਬਹੁਤ ਆ। ਹੁਣ 2 ਰੋਟੀਆਂ ਖਾਣੀਆਂ, ਉਹਦੀ ਗੱਲ ਕਰੋ ਉਹ ਤੁਸੀਂ। ਨਾ ਪੁੱਤ ਤੂੰ ਸਿਆਣੀ ਆ। ਕੋਈ ਗੱਲ ਨਹੀਂ ਬਾਪੂ ਜੀ, ਜਿਹਨੂੰ ਅੱਡ ਹੋਣ ਦਾ ਸ਼ੌਂਕ ਚੜਿਆ ਨਾ ਤੇ ਹੋ ਲੈਣ ਦੋ ਅੱਡ। ਬਸ ਫੇਰ ਠੀਕ ਹੈ, ਜੇ ਹੈਡੀ ਗੱਲ ਆ ਤਾਂ ਆ ਬਾਪੂ ਤੁਸੀਂ ਰੱਖ ਲਓ ਤੇ ਬੇਬੇ ਨੂੰ ਅਸੀਂ ਰੱਖ ਲੈਂਦੇ ਗੱਲ ਸੁਣ ਲਓ। ਗੱਲ ਖਤਮ ਹੈ। ਨਾਲੇ ਮੇਰੀ ਗੱਲ ਸੁਣ ਲੈ ਬੜਾ, ਜਿਹੜੇ 2-2 ਕਿੱਲੇ ਦੇ ਉਹ ਕੱਟ ਦੇ। ਥੋੜਾ ਕਿਹਨੂੰ ਕਹਿਣਾ? ਮੈਂ ਤਾਂ ਹੀ ਕਹੂੰਗਾ। ਤੂੰ ਮੇਰੀ ਗੱਲ ਸੁਣ ਨਾ, ਠੀਕ ਹੈ ਮੈਂ ਉਹਦਾ ਸਤਿਕਾਰ ਕਰਦਾ ਸੀ। ਮੈਨੂੰ ਜਿਹੜਾ ਬੋਲਿਆ ਚੱਲ ਪ੍ਰੀਤ ਨੂੰ ਬੋਲਿਆ, ਫਿਰ ਬਾਪੂ ਨੂੰ ਬੁੜਾ ਕਿਵੇਂ ਬੋਲਦਾ ਤੂੰ? ਕਹਿਤਾ ਰੇ ਮੇਰੇ ਜਿਹੜੇ 2-2 ਵੇਖ ਤੂੰ ਅੱਛੇ ਆਪਦੇ ਭਰਾ ਦੇ ਮੂਹਰੇ ਬੋਲੇਗਾ, ਤੇਰੀ ਇੰਨੀ ਜਵਾਨ ਵਰਿੰਦਰ ਕੋਈ ਗੱਲ ਨਹੀਂ। ਸਾਰੇ ਪੁੱਤ ਨਾਲੇ ਪਿਆਰ ਨਾਲ ਗੱਲ ਕਰੀ ਜਾਂਦਾ। ਦੇਖ ਲੈ ਮੈਂ ਦੀਦੀ ਆ ਤੇਰੀ ਪਿਆਰ ਨਾਲ ਗੱਲ ਕਰਨ ਵਾਲੇ ਦੀ, ਪਤਾ ਹੀ ਹੈ ਮੈਨੂੰ। ਪੜਾਇਆ ਸੀ, ਦੇਖ ਲੈ ਕਿਵੇਂ ਬੋਲਦਾ ਮੂਹਰੇ। ਉਹੀ ਤਾਂ ਗੱਲ ਆ, ਆਹ ਜੋ ਦੇਖ ਲੈ ਅੱਖਾਂ ਮੂੰਹ ਤੇਰੀ ਰੱਖਿਆ ਸੀ ਰਾਜ ਦੀ ਤੈਨੂੰ, ਕਰਤੂਤਾਂ। ਜਿਹੜਾ ਹੁਣ ਸਿਰ ਤੇ ਚੜਿਆ ਫਿਰਦਾ ਤੂੰ।
ਹਾੜੇ ਪੁੱਤ ਬੋਲਣਾ ਬੇਬੇ ਬੇਬੇ ਬਸ- ਸਿਆਣੀ ਆ, ਤੈਨੂੰ ਇੰਨੇ ਸਾਲ ਹੋ ਗਏ ਮੇਰੇ ਨਾਲ ਕੱਟਦੀ ਨੂੰ। ਹਾੜੇ ਮੇਰੀ ਅੱਜ ਮੰਨ ਲੈ, ਇਹਨਾਂ ਭਾਈਆਂ ਦਾ ਬੈਰ ਪੈ ਜਾਊਗਾ ਪੁੱਤ। ਭਾਈਆਂ ਦੇ ਗੱਲ ਬੈਰ ਸੁਣ, ਜੇ ਰੋਟੀਆਂ ਖਾਣੀਆਂ ਤਾਂ ਇੱਧਰਲੇ ਪਾਸੇ ਹੋ ਜਾ, ਨਾ ਇੱਧਰ ਮਿਲਦੀਆਂ ਨਹੀਂ। ਪੁੱਤ ਅਸੀਂ ਤੂੰ ਤਾਂ ਖਵਾਈ ਖੜਾ, ਤੂੰ ਪਤਾ ਰੋਟੀਆਂ ਅਸਤਾ ਖਵਾਉਣਾ ਭਾਈ ਤੈਨੂੰ ਕਹਿਤਾ ਵੀ ਠੀਕ ਆ, ਚੱਲ ਜਿਹੜੀ ਹੋਗੀ, ਜੇ ਤੂੰ ਕਮਾਉਣੀ ਆ ਤੂੰ ਚੁੱਪ ਕਰਕੇ ਬਾਪੂ ਨੂੰ ਮੇਰੀ ਰੋਟੀ ਗੱਲ ਖਵਾ ਦੇ, ਸੁਣ। ਬੇਬੇ ਨੂੰ ਤਾਂ ਅਸੀਂ ਆਪਦੇ ਨਾਲ ਰੱਖਾਂਗੇ। ਚਲੋ ਕੋਈ ਗੱਲ ਨਹੀਂ, ਅਸੀਂ ਵੀ ਦੇਖਦੇ ਆ ਫਿਰ ਕੌਣ ਕਿਹਨੂੰ ਰੋਟੀ ਖਵਾਉਂਦਾ। ਲੈ ਜਾਓ ਬੇਬੇ ਨੂੰ, ਭਾਬੀ ਅਸੀਂ ਵੀ ਰੱਖਾਂਗੇ ਨਹੀਂ, ਬਾਪੂ ਪ੍ਰੀਤ ਗੱਲ ਨੂੰ। ਸੁਣ ਮੇਰੀ, ਭਾਬੀ ਮੇਰੀ ਗੱਲ ਸੁਣ, ਅੱਡ ਹੋਣਾ ਹੋ ਜਾਓ, ਬੇਬੇ ਬਾਪੂ ਇੱਧਰ ਰਹਿਣਗੇ। ਨਹੀਂ ਐ ਕਿਵੇਂ ਰਹਿਣਗੇ? ਕੱਲ ਨੂੰ ਤੂੰ ਕੱਲਾ ਕਹੇਗਾ ਫਿਰ ਬੇਬੇ ਜ਼ਮੀਨ ਬਾਪੂ ਵੰਡਿਆ ਸਾਡੇ ਨਾਲ ਆ। ਆਖੇ ਜ਼ਮੀਨ ਬਣਨੀ ਆ, ਸਾਰਾ ਕੁਝ ਬਣ ਲਾ, ਬੇਬੇ ਬਾਪੂ ਇੱਧਰ ਰਹਿਣਗੇ। ਨਾ ਨਾ ਨਹੀਂ। ਪੁੱਤ ਸਾਨੂੰ ਨਾ ਵੰਡੋ, ਨਾ ਨਾ ਅਸੀਂ ਤਾਂ ਨਹੀਂ ਇੱਕ ਬਾਪੂ ਪਾਸੇ ਜੀ, ਰਹਾਂਗੇ। ਇਹ ਤਾਂ ਹੋ ਕੇ ਰਹੂਗਾ। ਤੁਹਾਡੇ ਦੋਨਾਂ ਦਾ ਬੰਡਾਰਾ ਤਾਂ ਹੋਊਗਾ, ਇੱਕ ਇਹ ਦਰ ਰਹੂ ਤੇ ਇੱਕ ਸਾਡੇ ਕਿ ਨਹੀਂ ਰਹੂ। ਮੈਂ ਹੁਣ ਇਹ ਨਹੀਂ ਹੈਗਾ ਤੁਸੀਂ ਦੋਨੇ ਜਿਹੜੇ ਇੱਕ ਚੁੱਲ੍ਹੇ ਤੇ ਜਾਓਗੇ। ਨਾ ਦੇਖ ਮੇਰੀ ਗੱਲ ਸੁਣ ਲੈ ਪੁੱਤ, ਤੂੰ ਆ ਵੱਡੀ, ਮੈਂ ਤੈਨੂੰ ਫੇਰ ਵੀ ਹੱਥ ਬੰਨ੍ਹਦੀ ਆ, ਹਾਲੇ ਤੂੰ ਗੱਲ ਨੂੰ ਰਹਿਣ ਦੇ, ਟਿਕ ਜਾਣ ਦੇ ਗੱਲ ਨੂੰ, ਠੀਕ ਹੈ? ਨਹੀਂ ਫਿਰ ਰਸਤੇ ਇੱਕੇ ਪਾਸੇ ਹੋਵਾਂਗੇ ਭਾਈ, ਠੀਕ ਹੈ? ਅਸੀਂ ਨਹੀਂ ਅੱਡ ਹੁੰਦੇ, ਸਾਰੀ ਉਮਰ ਅਸੀਂ ਕੱਢ ਕੇ ਹੁਣ ਅਸੀਂ ਬੜੇ ਵੇਲੇ ਸੀ ਅੱਡ ਹੋ ਜਾਈਏ, ਅਸੀਂ ਨਹੀਂ ਅੱਡ ਉੱਡ ਹੁੰਦੇ। ਭਾਬੀ ਮੇਰੀ ਗੱਲ ਸੁਣ ਲੈ, ਅਸੀਂ ਸ਼ਰੀਕਾਂ ਤੋਂ ਨੱਕ ਨਹੀਂ ਵੜਾਉਣੀ ਆਪਦੀ, ਅਸੀਂ ਮੈਂ ਬੇਬੇ ਬਾਪੂ ਨੂੰ ਦੋਨਾਂ ਨੂੰ ਰੱਖੂੰਗਾ। ਤੇ ਫਿਰ ਅਸੀਂ ਕਿਹੜਾ ਬਣਾਉਣੀ ਹੈਗੀ? ਲੋਕ ਸਾਨੂੰ ਵੀ ਕਹਿਣਗੇ ਵੀ ਹੁਣ ਦੁੱਧ ਰੋਟੀ ਨਹੀਂ ਬਾਪੂ ਨੂੰ ਖਵਾਏਗੀ। ਕੀ ਸਤਿਕਾਰ ਕਰੀਏ ਨਾ, ਕਹੀ ਤਾਂ ਤੂੰ ਅਸੀਂ ਬੁਰਾ ਬੇਬੇ ਜਾਂਦਾ। ਬਾਪੂ ਨੂੰ ਅੱਡ ਨਹੀਂ ਹੋਣ ਦੇਣਾ। ਬੇਬੇ ਬਾਪੂ ਰਹਿਣਗੇ ਤਾਂ ਇਕੱਠੇ ਰਹਿਣਗੇ, ਨਹੀਂ, ਚਾਹੇ ਤੂੰ ਤਾਂ- ਤੁਸੀਂ ਰੱਖ ਲਓ ਚਾਹੇ ਅਸੀਂ ਰੱਖ ਨਹੀਂ ਲਈਏ। ਮੇਰੀ ਗੱਲ ਸੁਣ ਲੈ, ਤੂੰ ਤਾਂ ਨਾ ਚੁੱਪ ਹੀ ਰਹਿ, ਆਪਦੀ ਜ਼ੁਬਾਨ ਬੰਦ ਕਰ। ਅਗੇ ਕੱਲ ਦੀ ਭੂਤਨੀ ਸਿਵਾ ਜਦ ਕੱਲ ਆ ਕੇ ਤੂੰ ਮਾਲਕਣੀ ਬਣਦੀ ਆ। ਜਦੋਂ ਮੈਂ ਤੈਨੂੰ ਕੇਰਾ ਕਹਿਤਾ, ਇੰਨੇ ਸਾਲ ਹੋ ਗਏ ਮੈਨੂੰ ਆਈ ਨੂੰ, ਇਸ ਘਰ ਨੂੰ ਮੈਂ ਹੀ ਸੰਭਾਲਿਆ ਹੁਣ ਤੱਕ। ਤੈਨੂੰ ਆਹੋ। ਕੀ ਪਤਾ, ਤੂੰ ਤਾਂ ਕੱਲ ਆ ਕੇ ਐ ਕਹਿਨੀ ਹੈਗੀ। ਦੀਦੀ ਤੂੰ ਮੇਰੀ ਸਿਆਣੀ ਗੱਲ ਬਣ ਸੁਣ ਵਾਲੀ। ਲਓ, ਜੇ ਤੁਸੀਂ ਵੱਡੇ ਹੋ ਤੇ ਮਤਲਬ ਇਹ ਨਹੀਂ ਮੈਂ ਕੁਝ ਵੀ ਸੁਣੀ ਆਵਾਂ। ਉਹ ਤਾਂ ਤੂੰ ਚੁੱਪ ਮੇਰੀ ਕਰ। ਗੱਲ ਸੁਣ ਲੈ, ਜਦੋਂ ਬੇਬੇ ਬਿਮਾਰ ਸੀ ਕਾਲਜ ਅੰਦਰ ਰਿਹਾ, ਅਸੀਂ ਸ਼ਾਮੀ ਹੈਗੀ, ਉਹ ਉਹੀ ਤੇਰੇ ਤਾਂ ਕਿਹਾ ਗੱਲ ਨਹੀਂ ਫਿਰ ਇਹ ਆਸਾਨ ਕਰਤਾ ਤੂੰ। ਆਸਾਨ ਵਾਲੀ ਗੱਲ ਨੀ, ਤੂੰ ਪੁੱਛ ਇੱਕ ਵਾਰ ਆ ਕੇ। ਹੁਣ ਤੂੰ ਵੱਡਾ ਬੇਬੇ ਬਾਪੂ ਵਾਲਾ ਬਣ ਕੇ ਹਾਂ। ਖੜ ਗਿਆ। ਅਗੇ ਬੇਬੇ ਬਾਪੂ ਤਾਂ ਮੈਂ ਰੱਖੂਗਾ। ਹਾਂ ਬਸ ਫਿਰ ਤੂੰ- ਪਹਿਲਾਂ ਕੀ ਕਿਹਾ ਸੀ ਮੈਂ? ਫਿਰ ਅਸਤਾ ਤੈਨੂੰ ਕਹਿਤਾ ਸੀ ਵੀ ਤੈਨੂੰ ਜਿਹੜੀ ਗੱਲ ਕਹੀ ਤੀ ਨਾ ਤੇ ਬਸ ਬੇਬੇ ਕਹਿ ਆਇਆ ਤੀ। ਅੰਦਰ ਆ ਜਾ। ਨਾ ਪੁੱਤ, ਬੇਬੇ ਦਾ ਛੱਡ ਕੇ ਨਹੀਂ ਜਾਊਗੀ। ਮੇਰੀ ਗੱਲ ਸੁਣ, ਬੇਬੇ ਬਾਪੂ ਇੱਕ ਥਾਂ ਤੇ ਰਹਿਣਗੇ, ਠੀਕ ਹੈ? ਮੇਰੀ ਗੱਲ ਸੁਣ ਲੈ ਵਰਿੰਦਰ, ਇੱਕ ਠੀਕ ਹੈ? ਹੁਣ ਇਹਨਾਂ ਚੋਂ ਤਾਂ ਇੱਕ ਹੀ ਰਹੂਗਾ। ਬਾਪੂ ਨੂੰ ਨਾ, ਨਾ, ਰੱਖੋ ਤੁਸੀਂ ਧੀਏ। ਤੇ ਬੇਬੇ ਨੂੰ ਰੱਖਾਂਗੇ ਨਾ, ਅਸੀਂ। ਨਾ, ਬੇਬੇ ਨਾ, ਦਾ ਨਾ, ਸੱਤ ਨਾ, ਨਾ ਕਮਾਓ। ਬੇਬੇ ਨਾ ਨਾ ਧੀਏ, ਬਾਪੂ ਤੋਂ ਅੰਦਰ ਚੱਲ, ਮੈਂ ਲੈ ਕੇ ਆਉਣਾ ਬੇਬੇ ਨੂੰ। ਪ੍ਰੀਤ ਅੰਦਰ ਆ। ਪੁੱਤ ਸਾਡੀਆਂ ਟੋਲੀ ਨਾ ਬਣਾਤੀਆਂ ਦੋਨੇ ਜਾਣਿਆਂ ਦੀਆਂ, ਸਾਰੀ ਉਮਰ ਕੱਢ ਕੇ। ਮੇਰੀ ਸੁਣ ਲੈ ਗੱਲ ਹੁਣ, ਜੇ ਚੁੱਪ ਕਰਕੇ ਰੋਟੀ ਖਾਣੀ ਆ ਤਾਂ ਖਾ ਲਈ। ਜੇ ਆਲੇ ਬਦਵਾਲੇ ਕਿਹਾ ਨਾ ਵੀ ਮੈਂ ਉਧਰ ਹੁੰਨੀ ਆ ਤਾਂ ਉਧਰ, ਬਥੇਰਾ ਤੁਸੀਂ ਇਕੱਠਾ ਰਹਿ ਲਿਆ। ਹੁਣ ਇੱਥੇ ਬਾਲੀ ਆ ਮੇਰੇ ਸਾਹਮਣੇ ਨਾ ਨਟੰਕੀ ਕਰਨ ਦੀ ਲੋੜ ਨਹੀਂ ਹੈਗੀ। ਚੁੱਪ ਕਰਕੇ ਰੋਟੀਆਂ ਖਾ ਲਈ ਜਿਹੜੀਆਂ ਦੋ ਨਾਲੇ ਖਾਣੀਆਂ। ਮੇਰੀ ਗੱਲ ਸੁਣ ਲੈ, ਜਿਹੜੇ 2 ਕਿੱਲੇ ਜ਼ਮੀਨ ਦੇ ਨਾ ਤੇ ਸਾਡੇ ਨਾਲ ਹੋਣੀ ਚਾਹੀਦੀ ਹੈਗੀ, ਤੇ ਤਾਂ ਸਾਂਭਦੇ ਅਸੀਂ। ਆ ਹੁਣ ਤੱਕ ਤੇਰਾ ਗੂੰ ਤੇ ਕਿਸੇ ਹੋਰ ਕਾਰਨਾ ਕਰਕੇ ਨਹੀਂ, ਇਸੇ ਕਰਕੇ ਤੋਂ ਤਾਂ ਚਲੋ ਜੀ ਚੱਲੀਏ ਆਪਾਂ ਤਾਂ। ਤੇ ਪੁੱਤ ਆਏ ਅਧਿਕਾਰ ਹੁੰਦਾ ਮਾਵਾ। ਹੇ ਪ੍ਰਮਾਤਮਾ, ਆ ਵੀ ਦਿਨ ਦੇਖਣੇ ਦੇ ਅਸੀਂ ਨੇ ਕਿ ਸਾਡੇ ਦੋ ਪੁੱਤ ਉਹੀ ਅੱਜ ਬੱਕਰੇ ਹੋ ਗਏ, ਬਗਾਨੀਆਂ ਧੀਆਂ ਨੇ ਆ ਕੇ ਘਰ ਦੇ ਵਿੱਚ ਪਾਟਕ ਪਾਤੇ। ਹੇ ਪ੍ਰਮਾਤਮਾ, ਅਈਆਂ ਜਿਹੇ ਲੋਕਾਂ ਨੂੰ ਤਾਂ ਇੰਨੀ ਚੰਗੇ। ਸਾਨੂੰ ਵੀ ਵੰਡ ਲਿਆ, ਆਪਸ ਵਿੱਚ ਤਾਂ ਜ਼ਮੀਨਾਂ ਵੰਡ ਲੀਆਂ। ਹੇ ਪ੍ਰਮਾਤਮਾ, ਸਾਡਾ ਵੀ ਦੋਨਾਂ ਜਾਣਾਂ ਦਾ ਵਿਛੋੜਾ ਪਵਾਤਾ, ਸਾਨੂੰ ਵੀ ਵੰਡ ਲਿਆ। ਹੇ ਵਾਹਿਗੁਰੂ, ਹਲੇ ਕੀ ਕਰੇਗਾ, ਹਲੇ ਕੀ ਕਸਰ ਰਹਿਣੀ ਤੀ। ਕੋਈ ਨਾ ਬਾਪੂ। ਹਾਂ ਬਹਿ ਬਾਪੂ ਬਹਿ ਜਾ। ਪਾਲੋ ਮੇਰਾ ਰੱਬਾ, ਇਸ ਚੰਦਰੇ ਪਰਿਵਾਰ ਨੂੰ ਕਿਹਦੀ ਨਜ਼ਰ ਲੱਗ ਗਈ? ਉਹ ਬਾਪੂ ਬਾਪੂ ਜੀ ਸਾਨੂੰ ਮਾਫ ਕਰ ਦਿਓ। ਅਸੀਂ ਬਿਲਕੁਲ ਨਹੀਂ ਚਾਹੁੰਦੇ ਸੀ ਅਸੀਂ ਤੁਹਾਨੂੰ ਵੰਡੀਏ, ਪਰ ਪਤਾ ਨਹੀਂ ਉਹ ਵੱਡੀ ਦੀਦੀ ਕਿਹੋ ਜਿਹੇ ਆ। ਨਾ ਧੀਏ, ਉਹ ਲਾਲਚੀ ਨੇ ਤੇਰੀ ਮਾਂ ਦੇ ਤਾਂ ਤੇ 6 ਕਿੱਲੇ ਜ਼ਮੀਨ ਦੇ ਨੇ। ਕੋਈ ਨਾ ਬਾਪੂ, ਤੂੰ ਚੁੱਪ ਕਰ। ਸਹੀ ਗੱਲ ਆ, ਮੈਂ ਵੀ ਸੋਚਿਆ ਵੀ ਉਹ ਬੇਬੇ ਨੂੰ ਇਹ ਕਿਉਂ ਲੈ ਕੇ ਗਏ ਨੇ। ਕੋਈ ਗੱਲ ਨਹੀਂ ਬਾਪੂ, ਕੋਈ ਟੈਨਸ਼ਨ ਨਹੀਂ। ਬਾਪੂ ਚੁੱਪ ਕਰ, ਉਹ ਚੁੱਪ ਤਾਂ ਕਰ ਬਾਪੂ, ਕੋਈ ਨਾ। ਬਾਪੂ ਚੁੱਪ ਕਰ, ਤੇ ਮੇਰੀ ਗੱਲ ਸੁਣ ਬਾਪੂ। ਬਾਪੂ ਮੈਨੂੰ ਪਤਾ ਉਹਨਾਂ ਦਾ ਵੱਡਾ ਭਾਈ ਇਹੋ ਜਿਹਾ ਨਹੀਂ ਹੈਗਾ, ਪਰ ਭਾਬੀ ਹੈ ਨਾ ਉਹ ਬੜੀ ਲਾਲਚੀ ਹੈ। ਪਰ ਮੈਨੂੰ ਵੱਡੇ ਭਾਈ ਦੇ ਕੋਈ ਗੱਲ ਦਾ ਗੁੱਸਾ ਨਹੀਂ ਸੀ। ਜਦੋਂ ਤੈਨੂੰ ਬੁੜਾ ਕਿਹਾ ਨਾ, ਉਦੋਂ ਮੈਨੂੰ ਬਹੁਤ ਗੁੱਸਾ ਆਇਆ। ਕੋਈ ਨਾ ਪੁੱਤ, ਤੇਰਾ ਭਰਾ ਹੈ, ਕੋਈ ਗੁੱਸਾ ਨਾ ਕਰੀਂ ਤੇ। ਬਾਪੂ ਐਂ ਗੱਲ ਨਹੀਂ ਹੈਗੀ, ਜਦੋਂ ਜਵਾਨੀ ਚੜ ਜਾਂਦੀ ਹੈ ਨਾ ਤਾਂ ਬਾਪੂ ਬੁੜਾ ਲੱਗਣ ਲੱਗ ਜਾਂਦਾ ਤੇ ਬੇਬੇ ਬੁੜੀ। ਬਾਕੀ ਵੱਡੇ ਭਾਈ ਨੇ ਮੇਰਾ ਬਹੁਤ ਕੀਤਾ, ਮੈਂ ਉਹਦਾ ਦੇਣਾ ਕਦੇ ਨਹੀਂ ਦੇ ਸਕਦਾ, ਪਰ ਭਾਬੀ ਨੇ ਆ ਕੇ ਆਪਣੇ ਪਰਿਵਾਰ 'ਚ ਫਿੱਕ ਪਵਾਤੀ। ਭਾਬੀ ਨੇ ਕੀ ਫਿੱਕ ਪਵਾਤੀ? ਉਹ ਤਾਂ ਤੁਹਾਡਾ ਆਪਣਾ ਭਾਈ ਸੀ ਨਾ। ਉਹੀ ਲੱਗਦਾ ਤੁਹਾਨੂੰ, ਸਾਰੇ ਬਦਲ ਜਾਂਦੇ ਨੇ, ਚਾਹੇ ਭਾਈ ਹੋਵੇ ਚਾਹੇ ਭੈਣ ਹੋਵੇ। ਉਹਨਾਂ ਨੂੰ ਖੁਦ ਨੂੰ ਹੋਣਾ ਚਾਹੀਦਾ ਸੀ ਨਾ ਕਿ ਮੇਰੇ ਬੇਬੇ ਬਾਪੂ ਨੇ, ਉਹ ਤਾਂ ਚੱਲ ਬਗਾਨੀ ਆ, ਉਹਨੂੰ ਤਾਂ ਸ਼ਰਮ ਕਰਨੀ ਚਾਹੀਦੀ ਸੀ ਥੋੜੀ ਬਹੁਤੀ। ਬੱਪਰੀ ਤਾਂ ਇਹੋ ਜਿਹੀ ਗੱਲ ਨਹੀਂ ਹੁੰਦੀ। ਨਾਲੇ ਬਾਪੂ ਤੁਸੀਂ ਟੈਨਸ਼ਨ ਨਾ ਲਓ, ਉਹਨਾਂ ਨੇ ਅੱਡ ਕੀਤਾ ਨਾ ਤਾਂ ਅਸੀਂ ਇਕੱਠੇ ਕਰਕੇ ਰਹਾਂਗੇ।
ਫੇਰ ਕੀ ਹੋ ਗਿਆ, ਜੋ ਵੱਧ ਬੋਲਦੇ ਨੇ ਅਸੀਂ ਨੀਵੇਂ ਹੋ ਕੇ ਚੱਲਣਾ ਨਹੀਂ, ਕੋਈ ਗੱਲ ਨਹੀਂ ਬਾਪੂ। ਪਰ ਆਪਾਂ ਨੂੰ ਨਾ ਇੱਕ ਗੱਲ ਦਾ ਧਿਆਨ ਰੱਖਣਾ ਪੈਣਾ, ਕਿਤੇ ਉਹ ਬੇਬੇ ਦੇ ਨਾਮ ਜਿਹੜੀ ਜ਼ਮੀਨ ਹੈ ਸਾਰੀ ਆਪਣੇ ਨਾਮ ਕਰਾ ਲਈ ਨਾ। ਫੇਰ ਕੀ ਹੋ ਗਿਆ, ਬੇਬੇ ਨੂੰ ਆਪੇ ਲਿਆਉਂਗਾ, ਜ਼ਮੀਨ ਲੈਣੀ ਉਹਨਾਂ ਨੂੰ ਲੈ ਲੈਣ ਦੇ। ਆਪਾਂ ਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ, ਪਰ ਉਹ ਬੇਬੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣਾ। ਨਾ ਧੀਏ ਐ ਨਾ ਕਹਿ। ਨਾ ਫੇਰ ਵੀ ਬਾਪੂ ਕੋਈ ਗੱਲ ਨਹੀਂ, ਭਾਈ ਆਹੋ ਐ ਨਹੀਂ ਕਰਨਗੇ ਉਹ। ਨਾ ਅੱਡ ਹੋਣ ਵਾਲੇ ਤਾਂ ਹੋ ਗਏ ਸੀ, ਕੁੜੀ ਨੂੰ ਬੁਲਾਉਣ ਵਾਲੀ ਕਿਹੜੀ ਗੱਲ ਸੀ ਇਹ ਜੀ? ਚੱਲ ਪੁੱਤ ਕੋਈ ਨਾ, ਜੇ ਕੁੜੀ ਆਜੂ, ਕੁੜੀ ਤੁਹਾਨੂੰ ਕੀ ਕਹਿੰਦੀ ਹੈ? ਉਹਨੂੰ ਤਾਂ ਦੋਨੇ ਭਾਈ ਇੱਕੋ ਜਿਹੇ ਨੇ, ਕੁੜੀ ਕਿਹੜਾ ਕੁਛ ਤੁਹਾਨੂੰ ਕਹਿੰਦੀ ਹੈਗੀ? ਕੁੜੀ ਵੀ ਤਾਂ ਇਸ ਘਰ ਦੀ ਧੀ ਹੈਗੀ, ਉਹਦਾ ਵੀ ਤਾਂ ਇਸ ਘਰ ਦੇ ਵਿੱਚ ਹੱਕ ਬਣਦਾ ਹੈ। ਹੱਕ ਬਣਦਾ ਸੀਗਾ ਜਦੋਂ ਕੁਮਾਰੀ ਸੀ, 20 ਲੱਖ ਰੁਪਇਆ ਲੈ ਕੇ ਵਿਆਹੀ ਹੈਗੀ, ਕੋਈ ਪੂਣੀ ਤੋਰੀ ਉਹ। ਚੱਲ ਕੋਈ ਨਹੀਂ, ਤੁਸੀਂ ਕਾਹਤੋਂ ਟੈਨਸ਼ਨ ਲੈਂਦੇ ਹੋ? ਕੁੜੀ ਆ ਜੂਗੀ, ਆ ਜੇ। ਕੁੜੀ ਕਿਹੜੇ ਤੇ ਡੀਸੀ ਲੱਗੀ ਐ, ਆ ਜਾਣ ਦੇ ਕੁੜੀ ਨੂੰ, ਕਰਦੇ ਆ ਗੱਲ ਉਹਦੇ ਨਾਲ ਵੀ। ਪੁੱਤ ਮੇਰੀ ਕੁੜੀ ਨੂੰ ਮਾੜਾ ਚੰਗਾ ਨਾ ਕਹਿ ਤੂੰ ਧੀਏ, ਤੇ ਇੱਥੋਂ ਕਿਹੜਾ ਕੁਛ ਕੁੜੀ ਬਣਾ ਕੇ ਲੈ ਕੇ ਜਾਂਦੀ ਹੈ, ਕਿਉਂ ਜ਼ਮੀਨ ਲੈ ਕੇ ਜਾਂਦੀ ਹੈ? ਬੇਬੇ ਚੁੱਪ ਹੀ ਰਹਿ, ਤੂੰ ਤਾਂ ਨਾ ਹੀ ਬੋਲ, ਕਿਤੇ ਮੈਥੋਂ ਹੋਰ ਮੇਰਾ ਮੂੰਹ ਖਲਾ ਲੈ ਤੂੰ। ਉਹ ਇਸ ਘਰ ਦੀ ਧੀ ਐ, ਵਿਆਹ ਕੇ ਤੋਰੀ ਐ ਇੱਥੇ, ਜਿਹੜਾ 20 ਲੱਖ ਕੀ ਲਈ ਐ, ਫਰਜ਼ ਸੀ ਤਾਂ ਵਿਆਹ ਕੇ ਤੋਰੀ ਆ ਉਹ। ਗਨਾਈ ਜਾਂਦਾ ਹੁਣ ਇੱਥੇ ਬੈਠਾ। ਬਾਪੂ ਦੇਖ ਲੈ, ਸੁਣ ਲਾ ਤੂੰ ਸ਼ਾਂਤ ਰਹਿ। ਕੋਈ ਗੱਲ ਨਹੀਂ, ਦੀਦੀ ਨੂੰ ਆ ਜਾਂਦੋ, ਫਿਰ ਆਪਾਂ ਗੱਲ ਕਰਦੇ ਆਂ। ਇਹਨਾਂ ਨਾਲ ਬੋਲਣ ਦਾ ਕੀ ਫਾਇਦਾ? ਮੈਂ ਫੋਨ ਕਰਦਾ, ਦੇਖਦਾ ਕਿੱਥੇ ਖਾ ਗਿਆ। ਉਹਦੇ 20 ਲੱਖ ਨਹੀਂ ਲਾਇਆ, ਤੇਰੇ ਦੀ ਪੜ੍ਹਾਈ ਤੇ 25 ਲੱਖ ਰੁਪਇਆ ਲਾਤਾ। ਆਹੋ ਗਨਾ ਦੇ ਫਿਰ, ਕੱਢ ਲੈ ਹੁਣ ਸਾਡੇ ਚ। ਹਾਂ ਕੋਈ ਨਾ ਪੁੱਤ, ਹੁਣ ਤਾਂ ਤੇਰੀ ਭੈਣ ਆ ਜੂਗੀ, ਨਿਮੇੜਾ ਕਰ ਲੈ। ਬਾਪੂ ਸਾਰੀ ਜ਼ਮੀਨ ਦੇ ਇਹਦੇ ਮੂੰਹ ਤੇ ਮਾਰ। ਕਿੱਥੋਂ ਦੇ ਤੂੰ ਚੁੱਪ ਕਰ ਸ਼ੇਰਾ। ਜ਼ਮੀਨ ਦਾ ਲਾਲਚ ਹੋਇਆ ਇਹਨੂੰ। ਐ ਕਰ, ਬਾਪੂ ਨੂੰ ਲੈ ਜਾ, ਲੈ ਬੇਬੇ ਨੂੰ ਛੱਡ ਇੱਧਰ। ਤੂੰ ਦਾ ਕੰਮ ਨਹੀਂ ਕਰ, ਨਿੱਕਾ ਜਿਹਾ ਹੁੰਦਾ ਪੜ੍ਹਾਈ ਕਰਨ ਲੱਗੇ ਸੀ, ਨਿੱਕਾ ਜਿਹਾ ਜਦੋਂ ਖੇਤੀ ਕੰਮ ਵੜ ਲੱਗੇ। ਆਹੋ ਬੜੇ ਤੇਰੇ ਧੌਲੇ ਆ ਗਏ ਹੁਣ। ਵੀਰੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਜ਼ਮੀਨ ਦੇ ਦਿਓ, ਪਰ ਬੇਬੇ ਬਾਪੂ ਨੂੰ ਤਾਂ ਇਕੱਠਾ ਕਰ ਦੋ ਨਾ। ਅਸੀਂ ਕਦੋਂ ਕਿਹਾ ਡੋਹਣ ਨੂੰ? ਤੁਸੀਂ ਲੈ ਕੇ ਗਏ ਹੋ ਬੇਬੇ ਨੂੰ ਖਿੱਚ ਕੇ। ਆਹੀ ਕਹਿੰਦੀ ਸੀ ਭਾਬੀ, ਅੱਡ ਹੋ ਜਾਓ ਅੱਗੇ। ਨਾ ਐਵੇਂ ਕਿਵੇਂ ਦੇ ਦਈਏ ਬੇਬੇ ਤੁਹਾਨੂੰ? ਬੇਬੇ ਨਾਲ ਜ਼ਮੀਨ ਆ, ਜ਼ਮੀਨ ਅਸੀਂ ਆਪਦੇ ਨਾਲ ਕਰਾ ਲਈਏ, ਲੈ ਲਈ ਫਿਰ ਬੇਬੇ, ਅਸੀਂ ਕੀ ਕਰਾਉਣਾ ਹੈ? ਨਾ ਨਾਲੇ ਸਾਡੇ ਕੰਮ ਕਰਦਿਆਂ ਦੇ ਹੱਥ ਘਸ ਗਏ, ਉਹ ਐਵੇਂ ਨਹੀਂ ਕੀਤੀ। ਵੇ ਤੂੰ ਐਡਾ ਸੀ ਜੋ ਉਹਦਾ ਤੈਨੂੰ ਜਵਾਖਾਂ ਵਾਂਗੂ ਪਾੜਿਆ, ਹੁਣ ਇੱਥੇ ਬਰਾਬਰ ਦਾ ਸ਼ਰੀਕ ਬਣ ਕੇ ਬਹਿ ਗਿਆ ਤੂੰ। ਲੈ ਉਹ ਆ ਗਈ ਵੱਡੀ ਲੀਡਰ ਨਹੀਂ। ਲੈ ਆਓ ਆ ਗਈ ਮੇਰੀ ਧੀ ਤਾਂ। ਚੱਲ ਹੁਣ ਸਾਰੇ ਹੀ ਫੈਸਲਾ ਕਰ ਦੂਗੀ, ਮੇਰੀ ਧੀ ਇਹ ਜੀ ਨਹੀਂ ਹੈਗੀ। ਕੁੜੀਆ ਤੂੰ ਤਾਂ ਚੁੱਪ ਕਰਕੇ ਬਹਿ ਜਾ। ਪਹਿਲਾਂ ਬਾਪੂ ਨੂੰ ਮਿਲਾਂ ਕਿ ਪਹਿਲਾਂ ਬੇਬੇ ਨੂੰ ਮਿਲਾਂ? ਕੁਝ ਸਮਝ ਨਹੀਂ ਆ ਰਿਹਾ ਮੇਰੇ ਤਾਂ। ਬੇਬੇ, ਬਾਪੂ, ਬਹਿ ਜਾ। ਔਰ ਦੀਦੀ ਠੀਕ ਹੋ? ਪੁੱਤ ਮੈਨੂੰ ਸਤਿ ਸ਼੍ਰੀ ਅਕਾਲ, ਮਿਲਣਾ ਦੋ। ਇੱਥੇ ਬਹਿ ਜਾ ਕਿ ਕੋਈ ਗੱਲ ਨਹੀਂ, ਇੱਥੇ ਹੀ ਬਹਿ ਜਾਣ ਦੋ, ਮੇਰੇ ਪੈਰ ਹੈਗੇ ਆ, ਮੈਂ ਇੱਥੇ ਤੱਕ ਵੀ ਆ ਸਕਦੀ ਆ। ਨਾ ਦੇਖ ਲੈ ਭੈਣੇ ਤੂੰ ਆਪ ਹੀ ਹੁਣ ਦੱਸੋ ਕੀ ਰੌਲਾ ਤੁਹਾਡਾ ਸਾਰਿਆਂ ਦਾ? ਇਸ ਨੂੰ ਪੁੱਛ ਲੋ ਕੀ ਰੌਲਾਗਾ। ਨਾ ਕਿਉਂ? ਤੂੰ ਵੱਡਾ ਤੂੰ ਦੱਸ ਦੇ। ਇੱਕ ਮਿੰਟ ਬਾਈ, ਤੂੰ ਚੁੱਪ ਕਰ ਜਾ। ਵੱਡਾ ਤਾਂ ਤੂੰ ਆ ਬਾਈ, ਤੇ ਕਬੀਲਦਾਰ ਵੀ ਤੂੰ ਕਹੋ ਨਾਪਦੇ ਆਪ ਨੂੰ, ਤੇ ਤੂੰ ਭਾਬੀ ਵੱਡੀ ਚੌਧਰਾਣੀ ਕਹਾਣੀ ਆ, ਤੇ ਤੁਹਾਨੂੰ ਪਤਾ ਹੀ ਨਹੀਂ ਕੀ ਹੋ ਗਿਆ। ਕੋਈ ਗੱਲ ਨਹੀਂ, ਜਿਹਦੇ ਫੋਨ ਕਰੇ ਤੇ ਆ ਗਈ, ਉਹਨੂੰ ਪੁੱਛ ਵੀ ਲੈ ਵੀ ਕੀ ਗੱਲ ਹੋਈ ਹੈ। ਸੁਣ ਲੈ ਮੇਰੀ ਗੱਲ ਮਾੜੀ ਜੀ, ਇਹਨੇ ਮਾੜਾ ਜਿਹਾ ਅੱਡ ਹੁੰਦੇ ਹੋਣ ਨੂੰ ਕਿਹਾ ਸੀਗਾ, ਗੱਲ ਪੈ ਗਏ ਅੱਗੇ ਕੀ ਆਏ ਆ ਬਾਗ ਛਾਈ ਹੋਰ ਦਾ ਪਾਲ ਦੋਣ ਲੰਘੇ ਸਾਨੂੰ। ਤੇ ਜਦੋਂ ਜਠਾਣੀ ਦੀ ਗੱਲ ਸੁਣ ਲਓ ਹੁਣ, ਜਦੋਂ ਕੋਈ ਦਰਾਣੀ ਆ ਜੇ ਨਾ, ਉਹਨੂੰ ਆਪਣੀ ਜਿਹੜੀ ਦਰਾਣੀ ਹੁੰਦੀ ਆ ਉਹ ਦੁਸ਼ਮਣ ਲੱਗਣ ਲੱਗ ਜਾਂਦੀ ਆ। ਨਾਲੇ ਮੇਰੀ ਗੱਲ ਸੁਣੋ, ਤੁਸੀਂ ਅੱਡ ਤਾਂ ਹੋਗੇ, ਚਲੋ ਵਧੀਆ ਗੱਲ ਆ, ਤੁਹਾਡੀ ਆਪਣੀ ਸੋਚ ਆ, ਉਹ ਸਾਰੀ ਦੁਨੀਆ ਐਵੇਂ ਕਰਦੀ ਆ। ਵਿਆਹ ਤੋਂ ਬਾਅਦ ਤਾਂ ਭਾਈ ਨੂੰ ਮਾਰ ਕੇ ਵੀ ਖਾ ਜਾਂਦਾ। ਉਹ ਕਲਯੁਗ ਆ ਗਿਆ ਬਾਪੂ। ਮੇਰੀ ਗੱਲ ਸੁਣੋ, ਨਾਲੇ ਬੇਬੇ ਬਾਪੂ ਨੂੰ ਵੰਡ ਲੈਣਾ ਤੁਸੀਂ ਸੰਤੁਸ਼ਟ ਹੋ ਦੋਏ ਜਣੇ? ਜਮਾ ਅਸੀਂ ਤਾਂ ਜਮਾ ਖੁਸ਼ ਆ। ਇਹਦੇ ਠੀਕ ਬੇਬੇ ਨੂੰ ਲੈ ਹੈ, ਕੇ ਤੇ ਤੁਸੀਂ ਸੰਤੁਸ਼ਟ ਹੈਗੇ ਹੋ? ਨਹੀਂ ਦੀਦੀ, ਅਸੀਂ ਨਹੀਂ ਚਾਹੁੰਦੇ ਕਿ ਬੇਬੇ ਬਾਪੂ ਅੱਡ ਹੋਣ। ਓ ਤੁਸੀਂ ਇੰਨੇ ਚੰਗੇ ਕਾਹਤੋਂ? ਜ਼ਮਾਨਾ ਤਾਂ ਇੰਨਾ ਬਦਲਿਆ ਪਿਆ, ਐਨੇ ਕਲਯੁਗ ਦੇ ਵਿੱਚ ਤੁਹਾਡੇ ਵਰਗੇ ਚੰਗੇ ਲੋਕਾਂ ਦਾ ਬਾਸਾ ਨਹੀਂ ਰਿਹਾ ਹੁਣ। ਤੁਹਾਨੂੰ ਤਾਂ ਲੋਕ ਵੇਚ ਕੇ ਖਾ ਜਾਣਗੇ। ਇੰਨਾ ਵਰਗੇ ਬਣੋ ਨਾ ਜਿੰਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਹੁਣ ਮੇਰੀ ਗੱਲ ਸੁਣੋ, ਬਿਲਕੁਲ ਸਿੰਪਲ ਜੀ ਆ। ਬੇਬੇ ਦੇ ਨਾਂ ਤਾਂ ਹੈਗੇ 6 ਕਿੱਲੇ, ਬੇਬੇ ਨੂੰ ਤੁਸੀਂ ਆਂ ਪਰ ਲਾ ਲਿਆ, ਤੇ ਬਾਪੂ ਦੇ ਨਾਂ ਤਾਂ ਖੁੱਡ ਵੀ ਨਹੀਂ ਹੈਗਾ। ਤੁਸੀਂ ਐਂ ਕਰੋ, ਬੇਬੇ ਨੂੰ ਉਧਰ ਭੇਜੋ ਤੇ ਬਾਪੂ ਇੱਧਰ ਆਊਗਾ। ਮਨਜ਼ੂਰ ਆ? ਐ ਕਿਵੇਂ ਬੇਬੇ ਬਾਪੂ ਇਕੱਠੇ ਹੋ ਜਾਣਗੇ? ਅਸੀਂ ਤਾਂ ਬੇਬੇ ਨੂੰ ਆਪਦੇ ਕੰਨੀ ਰੱਖਾਂਗੇ। ਕਮਾਈ ਕਰਦਾ ਤਾਂ ਸਾਰੀ ਉਮਰ, ਇਹ ਮਰ ਗਿਆ, ਉਹ ਤਾਂ ਮੌਜਾਂ ਦਾ ਕਾਲਜ ਵਗ ਜਾਂਦਾ ਸੀ। ਅੱਛਾ, ਐਡਾ ਕਿਸੇ ਦਾ ਕੰਮ ਕਰਦਾ ਰਹਾਂਗਾ, ਜ਼ਮੀਨ ਬਣਾਈਏ ਮੈਂ ਆਪਦੇ ਹੱਥੀਂ। ਠੀਕ ਆ। ਆਹੋ ਭੈਣੇ ਦੀ ਬੜਾਪਾ ਪੈਨਸ਼ਨ ਲੱਗ ਰਹੀ ਆ ਹੁਣ। ਹੋ ਗਿਆ ਹੁਣ ਤੁਹਾਡੇ ਦੋਹਾਂ ਧਿਰਾਂ ਦਾ, ਤੇ ਹੁਣ ਮੈਂ ਬੋਲ ਪਾ? ਤੂੰ ਹੀ ਬੋਲੀ ਜਾਨੀ ਐ।
ਬਕਵਾਸ ਬੰਦ ਕਰ ਆਪਣੀ। ਮੈਂ ਲਿਹਾਜ਼ ਰੱਖੀ ਜਾਨੀ ਆ, ਮੇਰੀ ਵੱਡੀ ਭਰਜਾਈ ਆ ਤੂੰ, ਠੀਕ ਹੈ ਨਾ? ਤੇ ਰਹੀ ਗੱਲ ਅੱਡ ਹੋਣ ਦੀ, ਜੀ ਸੱਦ ਕੇ ਅੱਡ ਹੋ ਜਾਓ, ਪਰ ਕਿਸੇ ਦੀ ਮਜਾਲ ਨਹੀਂ ਜਿਹੜਾ ਮੇਰੇ ਬੇਬੇ ਬਾਪੂ ਨੂੰ ਅੱਡ ਕਰੂਗਾ। ਤੁਸੀਂ ਐਂ ਕਰੋ ਭਾਬੀ, ਤੂੰ ਮੇਰੇ ਨਾਲ ਚੱਲ ਮੇਰੇ ਸਹੁਰੇ, ਤੂੰ ਮੇਰੇ ਸਹੁਰੇ ਰਿਹਾ ਕਰ, ਤੇ ਬਾਈ ਤੂੰ ਇਸ ਘਰ 'ਚ ਰਿਹਾ ਕਰ, ਤੁਹਾਨੂੰ ਦੋਹਾਂ ਨੂੰ ਵੀ ਅੱਡ ਕਰਦੇ ਆ। ਚਲੋ। ਐ ਕਿਵੇਂ ਅੱਡ ਹੋ ਜੂਗੀ? ਇੱਕ ਮਿੰਟ ਨਹੀਂ ਰਹਿ ਸਕਦਾ ਮੈਂ ਤੋਂ ਬਿਨਾ। ਓ ਅੱਛਾ, ਤੁਹਾਡੇ ਵਿਆਹ ਨੂੰ ਭਲਾ ਕਿੰਨੇ ਸਾਲ ਹੋ ਗਏ? 6 ਸਾਲ ਹੋ ਗਏ। ਤੁਸੀਂ ਤਾਂ ਫਿਰ ਇਸ ਕਰਕੇ ਨਹੀਂ ਨਾ ਅੱਡ ਹੋ ਸਕਦੇ, ਕਿਉਂਕਿ ਤੁਹਾਡਾ ਰਿਸ਼ਤੇ ਨੂੰ 6 ਸਾਲ ਹੋ ਗਏ, ਤੇ ਬੇਬੇ ਬਾਪੂ ਦੇ ਵਿਆਹ ਨੂੰ ਪਤਾ ਕਿੰਨੇ ਸਾਲ ਹੋ ਗਏ? 30 ਸਾਲ ਹੋ ਗਏ ਪੂਰੇ। ਤੇ ਬੇਬੇ ਬਾਪੂ ਦਾ 30 ਸਾਲਾਂ ਦਾ ਰਿਸ਼ਤਾ, ਇੰਨੇ ਸਾਲ ਉਹਨਾਂ ਨੂੰ ਇਕੱਠਿਆਂ ਨੂੰ ਰਹਿੰਦੇ ਹੋਗੇ, ਹਰੇਕ ਦੁੱਖ ਸੁੱਖ ਦੇ ਵਿੱਚ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਤੁਸੀਂ ਦੋਹੇ ਜਣੇ ਇੰਨੇ ਬੇਦਰਦ ਹੋ ਗਏ ਵੀ 30 ਸਾਲਾਂ ਦੇ ਰਿਸ਼ਤੇ ਨੂੰ ਅੱਡ ਕਰਨ ਫਿਰਦੇ ਹੋ। ਤੇ ਜਦੋਂ ਮੈਂ ਤੁਹਾਡੇ 6 ਸਾਲ ਦੇ ਰਿਲੇਸ਼ਨ ਦੀ ਗੱਲ ਕੀਤੀ ਤਾਂ ਤੁਹਾਡਾ ਬੜਾ ਖੂਨ ਖੋਲਿਆ। ਕੀ ਗੱਲ? ਬੋਲਦਾ ਨਹੀਂ ਹੁਣ। ਉਹ ਪਤੀ ਪਤਨੀ ਨੇ, ਉਹ ਸ਼ਰਮ ਕਰ ਲੈ ਬਾਈ। ਉਹ ਤੇਰੇ ਵਰਗੇ ਨੇ ਸਾਰੇ ਦੁਨੀਆ ਦੇ ਦਰਿੰਦੇ ਜਿਹੜੇ ਮਾਂ-ਬਾਪ ਨੂੰ ਵੰਡ ਕੇ ਰਹਿ ਜਾਂਦੇ ਨੇ। ਸ਼ਰਮ ਕਰ ਲਓ, ਮਾੜੀ ਮੋਟੀ ਸ਼ਰਮ। ਤੁਸੀਂ ਵੀ ਇੱਕ ਦਿਨ ਬੁੜੇ ਹੋਵੋਗੇ, ਤੇ ਜਦੋਂ ਤੁਹਾਡੀ ਔਲਾਦ ਨੇ ਤੁਹਾਨੂੰ ਵੰਡਿਆ ਨਾ, ਤੁਹਾਨੂੰ ਫੇਰ ਪਤਾ ਲੱਗੂਗਾ ਕਿ ਮਾਂ ਤੇ ਬਾਪ ਤੇ ਪਤੀ ਤੇ ਪਤਨੀ ਜਦੋਂ ਅਲੱਗ-ਅਲੱਗ ਹੁੰਦੇ ਨੇ ਨਾ, ਕਿੰਨਾ ਦਰਦ ਹੁੰਦਾ। ਜ਼ਮੀਨ ਪਿਆਰੀ ਆ, ਇਹ ਤਾਂ ਪਤਾ ਹੀ ਸੀ, ਪਰ ਐਡਾ ਕੁ ਦਿਲ ਹੋ ਜਾਊਗਾ ਤੁਹਾਡਾ, ਇਹ ਨਹੀਂ ਮੈਨੂੰ ਪਤਾ ਸੀ। ਓਏ ਸ਼ਰਮ ਕਰ ਲਓ ਮਾੜੀ ਮੋਟੀ, ਨਿਕਲੋ ਇਸ ਘਰ ਚੋਂ। ਮੇਰੀ ਗੱਲ ਸੁਣਨ ਵਾਲੇ ਕੰਨ ਖੋਲ ਕੇ, ਜ਼ਮੀਨ ਤੁਹਾਡੀ ਕੱਲਿਆਂ ਦੀ ਨਹੀਂ, ਮੇਰਾ ਵੀ ਹਿੱਸਾ, ਤੇ ਮੈਂ ਆਪਦਾ ਹਿੱਸਾ ਲੈ ਕੇ ਜਾਊਂਗੀ। ਆਪਦਾ ਹਿੱਸਾ ਮੈਂ ਆਪਣੇ ਛੋਟੇ ਭਰਾ ਨੂੰ ਦੇਵਾਂਗੀ। ਨਹੀਂ ਦੀਦੀ, ਸਾਨੂੰ ਨਹੀਂ ਚਾਹੀਦੀ ਜ਼ਮੀਨ ਜਮੂਨ, ਬੇਬੇ ਦੇ ਬਾਪੂ ਨੂੰ ਬਸ ਸਾਡੇ ਨਾਲ ਕਰ। ਭਾਬੀ ਬੱਸ ਕਰ ਤੂੰ, ਤੈਨੂੰ ਨਹੀਂ ਪਤਾ, ਤੂੰ ਹਾਲੇ ਨਵੀਂ ਇਸ ਘਰ ਚ ਆਈ ਆਂ। ਮੇਰੀ ਮਾਂ ਨੇ ਆ ਡੈਂਡਲ ਕਿਵੇਂ ਕੱਟਿਆ ਨਾ, ਮੈਨੂੰ ਹੀ ਪਤਾ। ਇਹ ਤਾਂ ਮੈਨੂੰ ਪਤਾ ਹੀ ਸੀ, ਆਹ ਕੰਜਰਖਾਨਾ ਤੇ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਇਹਨੂੰ ਜੈਲਸੀ ਤਾਂ ਇਹੀ ਆ ਵੀ ਛੋਟਾ ਵਿਆਹਿਆ ਗਿਆ, ਉਹ ਵਿਆਹ ਕੇ ਨਾ ਜਾਵੇ, ਉਮਰ ਸੀ ਉਹਦੀ, ਤੇ ਤੇਰਾ ਫਰਜ਼ ਬਣਦਾ ਸੀ ਛੋਟੇ ਭਾਈ ਦੇ ਸ਼ੌਕ ਪੂਰੇ ਕਰਨ ਦਾ। ਅਹਿਸਾਨ ਨਹੀਂ ਕੀਤਾ ਤੂੰ ਕੋਈ, ਸਾਰੀ ਦੁਨੀਆ ਕਰਦੀ ਆ, ਤੂੰ ਕੋਈ ਲੈਦਾ ਕੰਮ ਕੀਤਾ? ਬੋਲ ਹੁਣ ਤੇਰੀ ਛੇਤੀ ਨੀਵੀਂ ਵੀ ਪੈ ਗਈ। ਉੱਠ ਬੇਬੇ, ਖੜੀ ਹੋ। ਜੇ ਤੁਹਾਡੇ 'ਚ ਨਹੀਂ ਦਮ ਹੈਗਾ ਨਾ ਬੇਬੇ ਬਾਪੂ ਨੂੰ ਸੰਭਾਲਣ ਦਾ, ਆਹ ਧੀ ਆਪਦੇ ਬੇਬੇ ਬਾਪੂ ਨੂੰ ਨਾਲ ਲੈ ਕੇ ਜਾਂਦੀ ਆ, ਨੱਕ ਡਬੋ ਕੇ ਮਰ ਜਾਓ। ਥੁੱਕਦੀ ਆ ਮੈਂ ਤੁਹਾਡੇ ਤੇ, ਇਹੋ ਜਿਹੇ ਪੁੱਤਾਂ ਦੇ। ਬਸ ਕਰਦੀ ਬਹੁਤ ਹੋ ਗਿਆ। ਬੇਬੇ ਬਹੁਤ ਨਹੀਂ ਹੋਇਆ, ਮੈਨੂੰ ਤਾਂ ਦੇਖ ਦੇਖ ਕੇ ਵੀ ਰੋਣਾ ਆਉਂਦਾ ਕਿ ਤੁਹਾਡੇ ਵਰਗੇ ਪੁੱਤ ਦਾ ਨਾ ਜੰਮਣ ਤਾਂ ਵੀ ਠੀਕ ਆ। ਓਏ ਸਹੀ ਕਿਹਾ ਕਿਸੇ ਨੇ ਕਿ ਦਰਦ ਤਾਂ ਧੀਆਂ ਵਡਾਉਂਦੀਆਂ ਨੇ, ਤੁਹਾਡੇ ਵਰਗੇ ਨਲਾਇਕ ਪੁੱਤ ਤਾਂ ਜ਼ਮੀਨਾਂ ਦੇ ਅੱਖ ਰੱਖਦੇ ਨੇ ਜ਼ਮੀਨਾਂ ਤੇ। ਬਸ ਧੀਏ, ਬਸ ਰੋ ਨਾ, ਚੁੱਪ ਕਰ ਲਾਪਰੀ ਜਾ। ਸੌਰੀ, ਮੈਨੂੰ ਮਾਫ ਕਰ ਦਿਓ, ਮੈਂ ਹੀ ਕੁਝ ਬਾਹਲਾ ਸੋਚ ਗਈ ਸੀ ਉਲਟਾ। ਅੱਛਾ, ਇਹ ਤਾਂ ਸੋਚੀ ਨਹੀਂ ਵੀ ਇਹ ਦਿਨ ਤਾਂ ਕਦੇ ਆਪਦੇ ਤੇ ਵੀ ਆਉਣਾ ਹੈ। ਨਹੀਂ ਹਲੇ ਕੀ ਹੋਇਆ ਸੋਚਣ ਨੂੰ ਭਾਬੀ? ਹਲੇ ਵੇਟ ਕਰਨਾ ਜਦ ਤੱਕ ਬੁੜੀ ਨਹੀਂ ਹੁੰਦੀ ਤੂੰ, ਤੇਰੇ ਤਾਂ ਫੇਰ ਹੀ ਕੰਨ ਤੋਂ ਜੂ ਸਰਕੂਗੀ। ਬੇਬੇ ਬਾਪੂ ਤੁਸੀਂ ਛੋਟੇ ਨਾਲ ਅੰਦਰ ਜਾਓ, ਮੈਂ ਦੇਖਦੀ ਹਾਂ ਤੁਹਾਨੂੰ ਅੱਡ ਹੋਣ ਤੋਂ ਬਾਅਦ ਆਉਂਦਾ। ਨਹੀਂ ਲੱਭਦੇ ਤੇ ਇਕੱਠੇ ਰਹੇ ਹੁਣ ਸਾਰੇ। ਅਸੀਂ ਸਾਰੇ ਇਕੱਠੇ ਅਸੀਂ ਰਹਾਂਗੇ, ਸਾਂਭਾਂਗੇ। ਨਾ ਅਸੀਂ ਘਰ ਵੰਡੀਏ ਤੇ ਨਾ ਅਸੀਂ ਬੇਬੇ ਬਾਪੂ ਵੰਡੀਏ, ਸਾਰਾ ਪਰਿਵਾਰ ਇਕੱਠੇ ਹੀ ਰਹਾਂਗੇ। ਸੋਚ ਲੋ, ਤੁਹਾਨੂੰ ਜ਼ਮੀਨ ਜ਼ਿਆਦਾ ਪਿਆਰੀ ਆ, ਮਾਂ-ਬਾਪ ਥੋੜੀ ਪਿਆਰੇ ਨੇ। ਨਹੀਂ ਲਾਪਰੀ, ਤਾਂ ਬਸ ਹੁਣ ਸਮਝ ਆ ਗਈ ਵੀ ਸਾਨੂੰ ਜ਼ਮੀਨ ਨਾਲੋਂ ਮਾਂ-ਬਾਪ ਵੀ ਜ਼ਰੂਰੀ ਹੈ। ਨਾਲੇ ਦੀਦੀ ਇਸ ਤਾਂ ਕਦੇ ਚਾਹਿਆ ਵੀ ਨਹੀਂ ਸੀ ਕਿ ਅੱਡ ਹੋਈਏ, ਇਹ ਤਾਂ ਤੁਹਾਡੀ ਇਹ ਖੁਆਇਸ਼ ਸੀ। ਸਹੀ ਗੱਲ ਪ੍ਰੀਤ। ਤੂੰ ਇਸ ਘਰ ਨੂੰ ਉਜੜਦੇ ਨੂੰ ਧੀਏ ਬਸਾਤਾ, ਤੈਂ ਸਾਨੂੰ ਇਕੱਠੇ ਕਰਤਾ, ਨਹੀਂ ਸਾਡਾ ਘਰ ਤਾਂ ਪੁੱਤ ਧੀਏ ਖਖੜੀ ਕਰੇਲੇ ਹੋ ਗਏ ਸੀ। ਧੀਆਂ ਤਾਂ ਐਵੇਂ ਕਿਵੇਂ ਹੋ ਗਿਆ ਸੀ ਬੇਬੇ? ਤੇਰੀ ਧੀ ਹਾਲੇ ਜਿਉਂਦੀ ਆ ਤੇ ਸ਼ੇਰਾਂ ਵਰਗਾ ਦਿਲ ਰੱਖਦੀ ਆ ਮੈਂ। ਫਿਰ ਕੀ ਹੋ ਗਿਆ ਜੇ ਭਾਈ ਬਦਲ ਕੇ? ਧੀਆਂ ਨਹੀਂ ਕਦੇ ਬਦਲਦੀਆਂ ਹੁੰਦੀਆਂ। ਸਾਰੇ ਅੰਦਰ ਜਾਓ। ਸ਼ੁਕਰ ਹੈ ਪ੍ਰਮਾਤਮਾ, ਮਜ਼ਾਕ ਦਾ ਮਜ਼ਾਕ ਰਿਹਾ, ਪਰ ਮੇਰਾ ਪਰਿਵਾਰ ਨਹੀਂ ਅੱਡ ਹੋਇਆ। ਮੈਂ ਇਸ ਘਰ ਦੀ ਧੀ ਆ। ਮੈਂ ਤਾਂ ਜਦੋਂ ਆਈ ਸੀ ਉਦੋਂ ਹੀ ਕਨਫਿਊਜ਼ ਹੋ ਗਈ ਸੀ ਵੀ ਪਹਿਲਾਂ ਵੱਡੇ ਦੇ ਜਾਵਾਂ ਕਿ ਪਹਿਲਾਂ ਛੋਟੇ ਦੇ ਜਾਵਾਂ। ਮਾਲਕਾ, ਕਦੇ ਵੀ ਦੋ ਭਰਾਵਾਂ 'ਚ ਫਿੱਕ ਨਾ ਪਵਾਈ, ਤੇ ਕੋਈ ਵੀ ਪੁੱਤ ਆਪਣੇ ਬੇਬੇ ਬਾਪੂ ਨਾ ਵੰਡੇ, ਆਪਣੇ ਬੇਬੇ ਬਾਪੂ ਨਾ ਵੰਡੇ।